ਵੈਲਕਮ ਦੋਸਤੋ ਆਨਲਾਈਨ ਕਲਾਸ 'ਚ। ਅੱਜ ਅਸੀਂ ਹਿਸਟਰੀ ਦਾ ਮਹੱਤਵਪੂਰਨ ਟੌਪਿਕ ਰੈਗੂਲੇਟਿੰਗ ਐਕਟ 1773, ਚਾਰਟ ਐਕਟ 1793, ਚਾਰਟ ਐਕਟ 1833, ਪਿਸਟ ਐਕਟ 1784 ਅਤੇ ਚਾਰਟ ਐਕਟ 1833 ਬਾਰੇ ਵਿਸਤਾਰਪੂਰਵਕ ਗੱਲਬਾਤ ਕਰਾਂਗੇ। 1600 ਈ ਦੇ ਵਿੱਚ ਦੋਸਤੋ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋ ਜਾਂਦੀ ਹੈ, ਜਿਸ ਦੇ 24 ਨਿਰਦੇਸ਼ਕ ਸਨ ਅਤੇ ਇੱਕ ਗਵਰਨਰ ਸੀ। ਇਹ ਕੰਪਨੀ ਇੰਡੀਆ ਦੇ ਵਿੱਚ ਵਪਾਰ ਕਰਨ ਲਈ ਆਉਂਦੀ ਹੈ। ਜਿਵੇਂ ਕਿ ਕੱਲ੍ਹ ਤੁਹਾਨੂੰ ਪਿਛਲੇ ਟੌਪਿਕ ਦੇ ਵਿੱਚ ਦੱਸਿਆ ਸੀ ਕਿ ਈਸਟ ਇੰਡੀਆ ਕੰਪਨੀ ਕਿਵੇਂ ਆਈ, ਕਿਵੇਂ ਆਪਣਾ ਵਿਸਤਾਰ ਕੀਤਾ, ਕਿੱਥੇ ਇਹਨਾਂ ਨੇ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ। ਅੱਜ ਅਸੀਂ ਇਹਨਾਂ ਦੁਆਰਾ ਬਣਾਏ ਗਏ ਵੱਖ-ਵੱਖ ਐਕਟਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਪ੍ਰਾਪਤ ਕਰਾਂਗੇ। ਦੋਸਤੋ 23 ਜੂਨ 1757 ਵਿੱਚ ਪਲਾਸੀ ਦੇ ਯੁੱਧ ਤੋਂ ਬਾਅਦ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਸ ਨੂੰ ਰਾਜਨੀਤਿਕ ਸ਼ਕਤੀ ਪ੍ਰਾਪਤ ਹੋ ਗਈ ਸੀ ਅਤੇ 24 ਅਕਤੂਬਰ 1764 ਨੂੰ ਬਕਸਰ ਦੇ ਯੁੱਧ ਤੋਂ ਬਾਅਦ ਉਹਨਾਂ ਨੂੰ ਫਾਈਨੈਂਸ ਪ੍ਰਾਪਤ ਹੋ ਗਈ ਸੀ, ਭਾਵ ਕਿ ਵਿੱਤੀ ਅਧਿਕਾਰ ਪ੍ਰਾਪਤ ਹੋ ਗਏ ਸੀ, ਕਿਉਂਕਿ ਇਲਾਹਾਬਾਦ ਦੀ ਸੰਧੀ ਜਿਹੜੀ 1765 ਦੇ ਵਿੱਚ ਹੋਈ ਸੀ। ਇਸ ਸੰਧੀ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੂੰ ਬੰਗਾਲ, ਬਿਹਾਰ, ਉੜੀਸਾ ਦੇ ਵਿੱਚ ਦੂਰਾ ਸ਼ਾਸਨ ਪ੍ਰਣਾਲੀ ਪ੍ਰਾਪਤ ਹੋ ਗਈ ਸੀ, ਭਾਵ ਉੱਥੇ ਉਹਨਾਂ ਨੂੰ ਦੀਵਾਨੀ ਇਕੱਠਾ ਕਰਨ ਦਾ ਅਧਿਕਾਰ ਪ੍ਰਾਪਤ ਹੋ ਗਿਆ ਸੀ। ਹੁਣ ਅਸੀਂ ਰੈਗੂਲੇਟਿੰਗ ਐਕਟ 1773 ਬਾਰੇ ਗੱਲ ਕਰਦੇ ਹਾਂ। ਜਿਹੜਾ ਈਸਟ ਇੰਡੀਆ ਕੰਪਨੀ ਦਾ ਪਹਿਲਾ ਐਕਟ ਸੀ, ਇਹ ਇੱਕ ਰਿਟਨ ਐਕਟ ਸੀਗਾ। ਇਸ ਐਕਟ ਦੇ ਅਧੀਨ ਬੰਗਾਲ ਦਾ ਜਿਹੜਾ ਗਵਰਨਰ ਸੀ, ਜਿਵੇਂ ਬੰਗਾਲ ਦਾ ਪਹਿਲਾ ਗਵਰਨਰ ਦੋਸਤੋ ਰਾਬਰਟ ਕਲਾਈਵ ਸੀ ਅਤੇ ਬੰਗਾਲ ਦਾ ਲਾਸਟ ਗਵਰਨਰ ਵਾਰਨ ਹੈਸਟਿੰਗ ਸੀ। ਅਤੇ ਇਹ ਬੰਗਾਲ ਦਾ ਜਿਹੜਾ ਦੋਸਤੋ ਵਾਰਨ ਹੈਸਟਿੰਗ ਸੀ, ਉਹ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਬਣ ਗਿਆ ਸੀ 1773 ਦੇ ਐਕਟ ਦੇ ਅਧੀਨ। ਇਸ ਤਰ੍ਹਾਂ ਇਹ ਬੰਗਾਲ ਦਾ ਲਾਸਟ ਗਵਰਨਰ ਅਤੇ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਬਣ ਗਿਆ ਸੀ। ਬੰਗਾਲ ਦਾ ਜਿਹੜਾ ਗਵਰਨਰ ਜਨਰਲ ਸੀ ਦੋਸਤੋ, ਉਸ ਦੇ 4 ਮੈਂਬਰ ਹੋ ਗਏ ਸਨ, ਭਾਵ ਗਵਰਨਰ ਜਨਰਲ ਦੀ ਕੌਂਸਲ ਪ੍ਰੀਸ਼ਦ ਵਿੱਚ ਟੋਟਲ 5 ਮੈਂਬਰ ਹੋ ਗਏ ਸੀ। ਇਸ ਗਵਰਨਰ ਜਨਰਲ ਦੀ ਸਹਾਇਤਾ ਲਈ 4 ਮੈਂਬਰਾਂ ਦੀ ਇੱਕ ਪ੍ਰੀਸ਼ਦ ਸਥਾਪਿਤ ਕੀਤੀ ਗਈ ਸੀ। ਇਸ ਨੂੰ ਕੇਂਦਰੀ ਕਾਰਜ ਪ੍ਰੀਸ਼ਦ ਕਿਹਾ ਜਾਂਦਾ ਸੀ। ਅਤੇ ਰੈਗੂਲੇਟਿੰਗ ਐਕਟ ਦੇ ਅਧੀਨ ਦੋਸਤੋ ਸੁਪਰੀਮ ਕੋਰਟ ਦੀ ਸਥਾਪਨਾ ਹੋ ਗਈ ਸੀ ਅਤੇ ਇਸ ਦੇ ਅਧੀਨ ਕੰਪਨੀ ਦੇ ਨਿੱਜੀ ਵਪਾਰ 'ਤੇ ਪਾਬੰਦੀ ਲੱਗ ਗਈ ਸੀ ਅਤੇ ਬੋਰਡ ਆਫ ਡਾਇਰੈਕਟਰੀ ਦੇ ਸਾਰੇ ਸ਼ਾਸਨ ਪ੍ਰਬੰਧ ਦੀ ਜਾਣਕਾਰੀ ਬ੍ਰਿਸ਼ਟ ਨੂੰ ਦਿੰਦੇ ਸੀ, ਭਾਵ ਜਿਹੜੀ ਬੋਰਡ ਆਫ ਡਾਇਰੈਕਟਰੀ ਸੀ ਦੋਸਤੋ, ਇਹਦੇ 24 ਮੈਂਬਰ ਸੀ। ਜਿਹੜੀ ਈਸਟ ਇੰਡੀਆ ਕੰਪਨੀ ਇੰਡੀਆ ਦੇ ਵਿੱਚ ਵਪਾਰ ਕਰ ਰਹੀ ਸੀ, ਉਹਨਾਂ ਦੀ ਸਾਰੀ ਜਾਣਕਾਰੀ ਬ੍ਰਿਸ਼ਟ ਗੌਰਮੈਂਟ ਨੂੰ, ਭਾਵ ਇੰਗਲੈਂਡ ਦੇ ਵਿੱਚ ਜਾਣਕਾਰੀ ਬੋਰਡ ਆਫ ਡਾਇਰੈਕਟਰੀ ਦਿੰਦੀ ਸੀ ਅਤੇ ਇਹਦੇ ਅਧੀਨ ਦੂਰੀ ਸ਼ਾਸਨ ਪ੍ਰਣਾਲੀ ਖਤਮ ਹੋ ਗਈ ਸੀ, ਭਾਵ ਕਿ ਜੁਡੀਸ਼ਰੀ ਟਰਾਂਸਫਰ ਮੁਗਲ, ਭਾਵ ਜਿਹੜਾ ਨਿਆਂ ਦਾ ਅਧਿਕਾਰ ਸੀ, ਭਾਵ ਕੰਪਨੀ ਕੋਲੇ ਰਾਜਨੀਤਿਕ ਸ਼ਕਤੀ ਅਤੇ ਵਿੱਤੀ ਅਧਿਕਾਰ ਤਾਂ ਪ੍ਰਾਪਤ ਸੀ, ਪਰ ਨਿਆਂ ਦਾ ਅਧਿਕਾਰ ਸੀ ਜਿਹੜਾ ਉਹ ਮੁਗਲ ਗੌਰਮੈਂਟ ਕੋਲ ਸੀ। ਜੁਡੀਸ਼ਰੀ ਉਹ ਵੀ ਇਸ ਐਕਟ ਦੇ ਅਧੀਨ ਗੌਰਮੈਂਟ ਕੋਲ ਆ ਗਈ ਸੀ, ਭਾਵ ਈਸਟ ਇੰਡੀਆ ਕੰਪਨੀ ਨੂੰ ਪ੍ਰਾਪਤ ਹੋ ਗਈ ਸੀ। ਇਸ ਤਰ੍ਹਾਂ ਦੂਰੀ ਸ਼ਾਸਨ ਪ੍ਰਣਾਲੀ ਖਤਮ ਹੋ ਗਈ ਸੀ। ਹੁਣ ਦੋਸਤੋ ਅਸੀਂ ਗੱਲ ਕਰਦੇ ਹਾਂ ਈਸਟ ਇੰਡੀਆ ਐਕਟ 1784। ਰੈਗੂਲੇਟਿੰਗ ਐਕਟ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਲਈ ਦੋਸਤੋ 1784 'ਚ ਈਸਟ ਇੰਡੀਆ ਐਕਟ ਆਇਆ। ਇਸ ਐਕਟ ਦਾ ਨਾਂ ਈਸਟ ਇੰਡੀਆ ਇਸ ਕਰਕੇ ਸੀ ਕਿਉਂਕਿ ਇੰਗਲੈਂਡ ਦਾ ਪ੍ਰਧਾਨ ਮੰਤਰੀ ਉਦੋਂ ਵਿਲੀਅਮ ਪਿਸਟ ਸੀ। ਇਸ ਨੇ ਰੈਗੂਲੇਟਿੰਗ ਐਕਟ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਲਈ 1784 ਵਿੱਚ ਇੱਕ ਐਕਟ ਪਾਸ ਕੀਤਾ, ਜਿਸ ਨੂੰ ਈਸਟ ਇੰਡੀਆ ਐਕਟ 1784 ਕਹਿੰਦੇ ਨੇ। ਇਸ ਐਕਟ ਦੇ ਅਧੀਨ ਬੋਰਡ ਆਫ ਕੰਟਰੋਲ ਦੀ ਸਥਾਪਨਾ ਹੋਈ ਸੀ ਦੋਸਤੋ। ਬੋਰਡ ਆਫ ਕੰਟਰੋਲ ਦੇ 6 ਮੈਂਬਰ ਸਨ ਅਤੇ ਬੋਰਡ ਆਫ ਡਾਇਰੈਕਟਰੀ ਦੇ 24 ਮੈਂਬਰ ਸੀ, ਭਾਵ ਇਸ ਦੇ ਅਧੀਨ ਡਿਊਲ ਐਡਮਿਨਿਸਟ੍ਰੇਸ਼ਨ ਲਾਗੂ ਹੋ ਗਿਆ ਸੀ। ਕਹਿਣ ਦਾ ਭਾਵ ਹੈ ਕਿ ਜਿਹੜਾ ਬੋਰਡ ਆਫ ਕੰਟਰੋਲ ਸੀ ਉਹ ਕੰਪਨੀ ਦੇ ਰਾਜਨੀਤਿਕ ਕੰਮ ਵੇਖਦਾ ਸੀ, ਜਿਹੜਾ ਬੋਰਡ ਆਫ ਡਾਇਰੈਕਟਰੀ ਸੀ ਉਹ ਕੰਪਨੀ ਦੇ ਵਪਾਰਕ ਕੰਮ ਦੇਖਦੀ ਸੀ। ਕਹਿਣ ਦਾ ਭਾਵ ਰਾਜਨੀਤਿਕ ਸ਼ਕਤੀ ਬੋਰਡ ਆਫ ਕੰਟਰੋਲ ਕੋਲੇ ਸੀ ਅਤੇ ਬੋਰਡ ਆਫ ਡਾਇਰੈਕਟਰੀ ਕੋਲੇ ਫਾਈਨੈਂਸ ਦੇ ਕੰਮ ਸੀ, ਭਾਵ ਵਿੱਤੀ ਕੰਮ ਸੀਗੇ। ਜਿਵੇਂ ਅਸੀਂ ਲਿਖਿਆ ਹੈ ਕਿ ਰਾਜਨੀਤਿਕ ਕੰਮ ਵਪਾਰਕ ਭਾਵ ਵਿੱਤ ਦੇ ਕੰਮ ਨਾਲੋਂ ਅਲੱਗ ਕਰ ਦਿੱਤੇ ਗਏ ਸਨ। ਬੋਰਡ ਆਫ ਕੰਟਰੋਲ ਰਾਜਨੀਤਿਕ ਕੰਮ ਕਰਦੀ ਸੀ ਅਤੇ ਬੋਰਡ ਆਫ ਡਾਇਰੈਕਟਰੀ ਵਪਾਰਕ ਕੰਮ ਦੇਖਦੀ ਸੀ, ਭਾਵ ਪੈਸੇ ਨਾਲ ਸੰਬੰਧਿਤ ਕੰਮ ਕਰਦੀ ਸੀ। ਦੂਰੀ ਪ੍ਰਸ਼ਾਸਨ ਸ਼ੁਰੂ ਹੋ ਗਿਆ ਸੀ, ਭਾਵ ਡਿਊਲ ਐਡਮਿਨਿਸਟ੍ਰੇਸ਼ਨ। ਫਸਟ ਟਾਈਮ 1784 ਦੇ ਐਕਟ ਦੇ ਅਧੀਨ ਈਸਟ ਇੰਡੀਆ ਐਕਟ ਦੇ ਅਧੀਨ ਪਹਿਲੀ ਵਾਰ ਬ੍ਰਿਸ਼ਟ ਸ਼ਬਦ ਦੀ ਵਰਤੋਂ ਹੋਈ ਸੀ, ਭਾਵ ਜਿਹੜੇ ਇੰਡੀਆ ਦੇ ਵਿੱਚ ਬ੍ਰਿਸ਼ਟ ਕੰਪਨੀ ਦੇ ਪਲੇਸ ਸੀਗੇ, ਭਾਵ ਬਸਤੀਆਂ ਸੀ, ਉਹਨਾਂ ਦੇ ਲਈ ਬ੍ਰਿਸ਼ਟ ਸ਼ਬਦ ਦੀ ਵਰਤੋਂ ਕੀਤੀ ਗਈ ਸੀ। ਹੁਣ ਅਸੀਂ ਦੋਸਤੋ 1793 ਦਾ ਚਾਰਟ ਐਕਟ ਪੜ੍ਹਦੇ ਹਾਂ। ਇਹ ਪਹਿਲਾ ਚਾਰਟ ਐਕਟ ਸੀ ਦੋਸਤੋ।
ਚਾਰਟ ਐਕਟ ਤੋਂ ਭਾਵ ਹੁੰਦਾ ਦੋਸਤੋ ਆਗਿਆ ਪੱਤਰ। ਇਹ ਲਾਰਡ ਕਾਰਨਵਾਲਿਸ ਦੇ ਸਮੇਂ ਆਇਆ ਸੀ। ਚਾਰਟ ਦਾ ਭਾਵ ਹੁੰਦਾ ਦੋਸਤੋ ਆਗਿਆ ਪੱਤਰ। ਬ੍ਰਿਟਿਸ਼ ਨੂੰ ਵਪਾਰ ਲਈ ਦਿੱਤਾ ਗਿਆ ਆਗਿਆ ਪੱਤਰ। ਮਹਾਰਾਣੀ ਐਲਿਜ਼ਾਬੈਥ ਨੇ, ਸਾਨੂੰ ਪਤਾ ਦੋਸਤੋ, 31 ਦਸੰਬਰ 1600 ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀ। ਉਦੋਂ ਮਹਾਰਾਣੀ ਐਲਿਜ਼ਾਬੈਥ ਨੇ 15 ਸਾਲ ਦਾ ਵਪਾਰਕ ਏਕਾ ਧਰ ਦਿੱਤਾ ਸੀਗਾ। 1793 ਦੇ ਐਕਟ ਦੇ ਅਧੀਨ ਈਸਟ ਇੰਡੀਆ ਕੰਪਨੀ ਨੂੰ 20 ਸਾਲ ਦਾ ਵਪਾਰਕ ਏਕਾ ਧਰ ਮਿਲ ਗਿਆ ਸੀ ਦੋਸਤੋ। ਈਸਟ ਇੰਡੀਆ ਕੰਪਨੀ ਨੂੰ 20 ਸਾਲ ਦਾ ਵਪਾਰਕ ਅਧਿਕਾਰ ਮਿਲ ਗਿਆ ਸੀ। ਬੋਰਡ ਆਫ ਕੰਟਰੋਲ ਦੇ ਮੈਂਬਰਾਂ ਦੀ ਤਨਖਾਹ ਭਾਰਤ ਦੇ ਖਜ਼ਾਨੇ ਵਿੱਚੋਂ ਕਰ ਦਿੱਤੀ ਸੀ। ਕੰਟੀਨਿਊ ਦਾ ਮੋਨੋਪੋਲਿਸੀ, ਭਾਵ ਈਸਟ ਇੰਡੀਆ ਕੰਪਨੀ ਦੀ ਜਿਹੜੀ ਵਪਾਰ ਕਰਨ ਦੀ ਮੋਨੋਪੋਲਪੀ ਸੀ, ਉਹ ਰੈਗੂਲਰ ਹੋ ਗਈ ਸੀ। 5 ਲੱਖ ਕੰਪਨੀ ਬ੍ਰਿਟਿਸ਼ ਸਰਕਾਰ ਨੂੰ ਦਿੰਦੀ ਸੀ ਅਤੇ ਮਦਰਾਸ ਤੇ ਬੰਬੇ ਦਾ ਗਵਰਨਰ ਮਦਰਾਸ ਦੇ ਅਧੀਨ ਆ ਗਿਆ ਸੀ। ਭਾਵ ਜਿਹੜਾ ਮਦਰਾਸ ਤੇ ਬੰਬੇ ਦਾ ਗਵਰਨਰ ਸੀ, ਉਹ ਜਨਰਲ ਸੀ, ਉਹ ਮਦਰਾਸ ਦੇ ਅਧੀਨ ਆ ਗਿਆ ਸੀ। 1813 ਦਾ ਚਾਰਟ ਐਕਟ। ਹੁਣ ਅਸੀਂ ਦੋਸਤੋ 1813 ਦੇ ਚਾਰਟ ਐਕਟ ਬਾਰੇ ਪੜ੍ਹਦੇ ਹਾਂ। ਜਦੋਂ 1813 ਦਾ ਚਾਰਟ ਐਕਟ ਆਇਆ, ਉਦੋਂ ਭਾਰਤ ਦਾ ਜਿਹੜਾ ਗਵਰਨਰ ਜਨਰਲ ਸੀ ਉਹ ਲਾਰਡ ਮਿੰਟੋ ਸੀ ਦੋਸਤੋ। ਲਾਰਡ ਮਿੰਟੋ ਦਾ ਸਮਾਂ 1807 ਤੋਂ ਲੈ ਕੇ 1813 ਦਾ। ਲਾਰਡ ਮਿੰਟੋ ਇਸ ਦੇ ਸਮੇਂ ਅੰਬਰਸਰ ਦੀ ਸੰਧੀ ਹੋਈ ਸੀ 25 ਅਪ੍ਰੈਲ 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਲ। ਈਸਟ ਇੰਡੀਆ ਕੰਪਨੀ ਦਾ ਏਕਾ ਧਰ ਖਤਮ ਹੋ ਗਿਆ ਸੀ। ਭਾਵ ਦੋਸਤੋ ਜਿਹੜਾ ਈਸਟ ਇੰਡੀਆ ਕੰਪਨੀ ਨੂੰ 20 ਸਾਲ ਦਾ ਏਕਾ ਧਰ ਮਿਲਿਆ ਸੀ ਵਪਾਰ ਕਰਨ ਦਾ, ਉਹ ਖਤਮ ਹੋ ਗਿਆ ਸੀ। ਕੇਵਲ 2 ਚੀਜ਼ਾਂ, ਫੀਮ ਅਤੇ ਚਾਹ ਉੱਤੇ ਵਪਾਰ ਕਰਨ ਦਾ ਅਧਿਕਾਰ ਰਹਿ ਗਿਆ ਸੀ। ਬਾਕੀ ਸਭ ਕੁਝ ਖਤਮ ਹੋ ਗਿਆ ਸੀ। ਈਸਾਈ ਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ ਮਿਲ ਗਿਆ ਸੀ। ਭਾਵ ਦੋਸਤੋ 1813 ਐਕਟ ਦੇ ਅਧੀਨ ਵੱਖ-ਵੱਖ ਵਿਅਕਤੀ ਇੰਗਲੈਂਡ ਤੋਂ, ਭਾਵ ਯੂਰਪੀਅਨ ਵਿਅਕਤੀ ਇੰਡੀਆ ਦੇ ਵਿੱਚ ਈਸਾਈ ਧਰਮ ਦਾ ਪ੍ਰਚਾਰ ਕਰਨ ਲੱਗ ਪਏ ਸਨ। ਪਹਿਲੀ ਵਾਰ ਹਰ ਸਾਲ ਸਿੱਖਿਆ 'ਤੇ ਲੱਖ ਰੁਪਏ ਲਗਾਉਣ ਦਾ ਅਧਿਕਾਰ ਮਿਲ ਗਿਆ ਸੀ। ਭਾਵ ਦੋਸਤੋ 1813 ਐਕਟ ਦੇ ਅਧੀਨ ਕਿ ਹਰ ਸਾਲ ਸਿੱਖਿਆ ਉੱਤੇ 1 ਲੱਖ ਰੁਪਇਆ ਲਗਾਇਆ ਜਾਵੇਗਾ, ਇਹ ਅਧਿਕਾਰ ਮਿਲ ਗਿਆ ਸੀ। ਇੰਗਲੈਂਡ ਦੇ ਹੋਰ ਵਪਾਰੀ ਇੰਜੀਨੀਅਰ ਆ ਕੇ ਭਾਰਤ ਨਾਲ ਵਪਾਰ ਕਰਨ ਲੱਗੇ ਸਨ ਦੋਸਤੋ। ਹੁਣ ਅਸੀਂ ਗੱਲ ਕਰਦੇ ਹਾਂ 1833 ਦੇ ਐਕਟ ਦੀ। ਗਵਰਨਰ ਜਨਰਲ ਵਿਲੀਅਮ ਬੈਕਟ ਦੋਸਤੋ, ਜਦੋਂ 1833 ਦਾ ਐਕਟ ਆਇਆ, ਉਦੋਂ ਇੰਡੀਆ ਦਾ ਗਵਰਨਰ ਜਨਰਲ ਸੀ, ਜਿਹੜਾ ਬੰਗਾਲ ਦਾ ਗਵਰਨਰ ਜਨਰਲ ਸੀ, ਵਿਲੀਅਮ ਬੈਕਟ ਸੀ। 1833 ਦੇ ਐਕਟ ਦੇ ਅਧੀਨ ਦੋਸਤੋ ਜਿਹੜਾ ਇੰਗਲੈਂਡ ਦਾ ਗਵਰਨਰ ਜਨਰਲ ਹੁੰਦਾ, ਬੰਗਾਲ ਦਾ ਗਵਰਨਰ ਜਨਰਲ ਹੁੰਦਾ ਸੀ, ਉਹ ਇੰਡੀਆ ਦਾ ਗਵਰਨਰ ਜਨਰਲ ਬਣ ਗਿਆ ਸੀ। ਬੰਗਾਲ ਦਾ ਪਹਿਲਾ ਗਵਰਨਰ ਜਨਰਲ ਦੋਸਤੋ ਵਾਰਨ ਹੈਸਟਿੰਗ ਸੀ ਅਤੇ ਲਾਸਟ ਗਵਰਨਰ ਵਿਲੀਅਮ ਬੈਕਟ ਸੀ, ਅਤੇ ਭਾਰਤ ਦਾ ਪਹਿਲਾ ਗਵਰਨਰ ਜਨਰਲ ਵਿਲੀਅਮ ਬੈਕਟ ਬਣ ਗਿਆ ਸੀ। ਕੰਪਨੀ ਨੇ ਚੀਨ ਨਾਲ, ਭਾਵ ਚਾਹ ਅਤੇ ਫੀਮ ਦਾ ਏਕਾ ਧਰ ਖਤਮ ਕਰਤਾ ਸੀ ਦੋਸਤੋ। 1813 ਦੇ ਐਕਟ ਦੇ ਅਧੀਨ ਚਾਹ ਅਤੇ ਫੀਮ 'ਤੇ ਵਪਾਰਕ ਏਕਾ ਧਰ ਰਹਿ ਗਿਆ ਸੀ, ਜਿਹੜਾ 1833 ਵਿੱਚ ਬਿਲਕੁਲ ਖਤਮ ਕਰ ਦਿੱਤਾ ਗਿਆ ਸੀ। ਗਵਰਨਰ ਜਨਰਲ ਦੀ ਕਾਰਜ ਪ੍ਰਸ਼ਦ ਵਿੱਚ ਚੌਥਾ ਮੈਂਬਰ ਮੈਕਲੇ ਕਾਨੂੰਨੀ ਮੈਂਬਰ ਸ਼ਾਮਲ ਕੀਤਾ ਗਿਆ ਸੀ। ਦਾਸ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਸੀ। ਜਿਹੜੀ ਦਾਸ ਪ੍ਰਥਾ ਸੀ ਦੋਸਤੋ, ਇਹ ਗੈਰ ਕਾਨੂੰਨੀ ਘੋਸ਼ਿਤ ਕਰਤੀ 1843 ਦੇ ਵਿੱਚ। ਲਾਰਡ ਐਲਨਬਰੋ ਦੇ ਸਮੇਂ ਇਸ ਨੂੰ ਬਿਲਕੁਲ ਖਤਮ ਕਰ ਦਿੱਤਾ ਸੀ। ਬੰਗਾਲ ਦੀ ਥਾਂ 'ਤੇ ਹੁਣ ਸਾਰੇ ਭਾਰਤ ਦਾ ਪ੍ਰਸ਼ਾਸਨ ਸਥਾਪਿਤ ਹੋ ਗਿਆ ਸੀ ਦੋਸਤੋ। ਅੱਜ ਦੇ ਟੌਪਿਕ ਵਿੱਚ ਅਸੀਂ 1833 ਤੱਕ ਐਕਟ ਪੜ੍ਹੇ। ਅੱਗੇ ਅਸੀਂ 1853, 1858, 1892, 1909, 1919 ਅਤੇ 1919 ਦਾ 35, ਇਹ ਅਸੀਂ ਕੱਲ੍ਹ ਦੇ ਵੀਡੀਓ ਦੇ ਵਿੱਚ ਤੁਹਾਡੇ ਅੱਗੇ ਲੈ ਕੇ ਆਵਾਂਗੇ। ਆਸ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇਗੀ। ਕੱਲ੍ਹ ਨੂੰ ਦੋਸਤੋ ਇਹਨਾਂ ਨਾਲ ਰਿਲੇਟਡ ਅਸੀਂ ਸ਼ਾਰਟ ਪ੍ਰਸ਼ਨ ਲੈ ਕੇ ਆਵਾਂਗੇ, ਜੋ ਐਗਜ਼ਾਮ ਦੇ ਪੁਆਇੰਟ ਵਿਊ ਤੋਂ ਮਹੱਤਵਪੂਰਨ ਹੁੰਦੇ ਹਨ ਦੋਸਤੋ। ਉਮੀਦ ਕਰਦੇ ਹਾਂ ਕਿ ਤੁਹਾਡਾ ਪਿਆਰ ਬਣਿਆ ਰਹੇ। ਤੁਹਾਡੇ ਨਾਲ ਅਸੀਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਥੈਂਕਸ।